ਸਿੱਖ ਚੈਨਲ ਦੇਖ ਰਹੇ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ ਸਿੰਘ ਸੂਰਮੇ ਲੈ ਕੇ ਇੱਕ ਵਾਰ ਫਿਰ ਮੈਂ ਹਾਜ਼ਰ ਹਾਂ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਨਿਆਮੀ ਵਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਰੋਸ ਤੇ ਵਜੋਂ ਬਹਿਬਲ ਕਲਾਂ ਦੇ ਵਿਖੇ ਇੱਕ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਨਿਹੱਥੇ ਸਿੰਘਾਂ ਦੇ ਉੱਤੇ ਪੁਲਿਸ ਦੇ ਵੱਲੋਂ ਗੋਲੀਆਂ ਬਰਸਾਈਆਂ ਗਈਆਂ, ਜਿਸ ਦੇ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਸ਼ਹੀਦ ਹੋ ਗਏ। ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਅੱਜ ਅਸੀਂ ਉਹਨਾਂ ਦੇ ਪਿੰਡ ਪਹੁੰਚੇ ਹਾਂ ਤੇ ਉਹਨਾਂ ਦੇ ਘਰ ਦੇ ਬਾਹਰ ਖੜੇ ਹਾਂ। ਆਓ ਘਰ ਦੇ ਅੰਦਰ ਚੱਲਦੇ ਹਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕਰਦੇ ਹਾਂ ਗੱਲਬਾਤ ਤੇ ਉਹਨਾਂ ਦੀ ਸ਼ਹਾਦਤ ਦੇ ਸੰਬੰਧ ਦੇ ਵਿੱਚ ਜਾਣਦੇ ਹਾਂ ਤੇ ਨਾਲ ਹੀ ਉਹਨਾਂ ਦੀ ਬਰਸੀ ਜਿਹੜੀ ਆਉਣ ਵਾਲੀ ਆ ਉਸ ਦੀਆਂ ਤਿਆਰੀਆਂ ਕਿਸ ਤਰ੍ਹਾਂ ਕੀਤੀਆਂ ਜਾ ਰਹੀਆਂ ਉਸ ਸੰਬੰਧ ਜਾਣਦੇ ਹਾਂ। ਆਓ ਚੱਲਦੇ ਹਾਂ ਉਹਨਾਂ ਦੇ ਘਰ ਦੇ ਅੰਦਰ। सूरा सो पहचानीए जो लरे दीन के हेत पुरजा पुरजा कट मरे कबू ना छाडे खेत दे वाक नूं पूरा करदे होया शहीद भाई कृष्ण भगवान सिंह होना ने अपनी शहादत दित्ती। साहिब श्री गुरु ग्रंथ साहिब जी दी होई बेअदबी दे रोस वजों लगे धरने दे विच सो उस समय पुलिस प्रशासन दे वल्लों निहत्थे ਸਿੰਘਾਂ ਦੇ उत्ते गोलियां चलाईयां गईयां ते एक गोली शहीद भाई कृष्ण भगवान सिंह होरां नूं भी लगी, जिस दे नाल उन्हां दी शहीदी हुई। सो मेरे नाल इस वेले गलबात करन वास्ते शहीद भाई कृष्ण भगवान सिंह होरां दे वड्डे सपुत्तर सरदार सुखराज सिंह ने, उन्हां नाल गलबात करदे हां। गलबात शुरू करन तो पहलां फतेह दी सांझ पावांगे। वीर जी वाहिगुरू जी का खालसा वाहिगुरू जी का खालसा वाहिगुरू जी की फतेह जी। ਵੀਰ ਜੀ ਤੁਹਾਡੇ ਪਿਤਾ ਜੀ ਦੀ ਸ਼ਹਾਦਤ ਹੋਈ ਜਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਬਹੁਤ ਸਾਰਾ ਰੋਸ ਜਿਹੜਾ ਆ ਉਹ ਦੇਸ਼ ਵਿਦੇਸ਼ਾਂ ਦੇ ਵਿੱਚ ਦੇਖਣ ਨੂੰ ਮਿਲਿਆ। ਕਿਸ ਤਰ੍ਹਾਂ ਸ਼ਹਾਦਤ ਹੋਈ, ਕਿੰਨੇ ਦਿਨ ਧਰਨਾ ਲੱਗਦਾ ਰਿਹਾ ਤੇ ਭਾਈ ਸਾਹਿਬ ਜਿਹੜੇ ਉਹ ਘਰੋਂ ਜਾਂਦੇ ਰਹੇ? ਹਾਂਜੀ ਵੀਰ ਜੀ, ਇਸ ਤਰ੍ਹਾਂ ਹੋਇਆ ਸੀਗਾ ਜੋ ਪੰਥ ਦੁਖੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਤਾਂ ਸਭ ਜੀ ਨੂੰ ਪਤਾ ਹੀ ਹੈ, ਜਿਵੇਂ ਕਿ ਚੋਰੀ ਹੋਏ, ਸਰੂਪ ਚੋਰੀ ਕੀਤੇ ਗਏ। ਤਾਂ 1 ਜੂਨ ਨੂੰ ਜੋ ਚੋਰੀ ਹੋਈ ਸੀ, ਉਸ ਤੋਂ ਬਾਅਦ ਜੋ ਅਕਤੂਬਰ ਦੇ ਵਿੱਚ ਉਹਨਾਂ ਨੇ ਅੰਗ ਖਿਲਾਰ ਦਿੱਤੇ। ਤਾਂ ਜਦੋਂ ਬਗਰਾੜੀ ਸ਼ਹਿਰ ਪਿੰਡ ਦੀਆਂ ਗਲੀਆਂ 'ਚ ਅੰਗ ਖਿਲਾਰੇ ਗਏ, ਉਹਦੇ ਸੰਬੰਧ ਵਿੱਚ ਲੋਕਾਂ ਨੂੰ ਰੋਸ ਆਇਆ। ਸਾਰੇ ਆਪਣੇ ਸਿੱਖ ਭਰਾਵਾਂ ਨੂੰ ਇਹਨਾਂ ਨੇ ਧਰਨੇ ਲਾ ਦਿੱਤੇ। ਸਾਡਾ ਜਿਹੜਾ ਮੇਰੇ ਫਾਦਰ ਸਾਹਿਬ ਦਾ ਧਰਨਾ ਸੀ ਜਿੱਥੇ ਗਏ ਹੋਏ ਸੀ, ਇਹ ਬਹਿਬਲ ਲਿੰਕ ਰੋਡ 'ਤੇ ਜਿਹੜਾ ਧਰਨਾ ਲੱਗਿਆ ਹੋਇਆ ਸੀ। ਤਾਂ ਇਹ ਧਰਨੇ ਵਿੱਚ ਅਕਸਰ 3 ਦਿਨ ਹੀ ਜਾਂਦੇ ਰਹੇ, ਸ਼ਮੂਲੀਅਤ ਕਰਦੇ ਰਹੇ, ਪ੍ਰਸ਼ਾਦਾ ਲੈ ਕੇ ਜਾਂਦੇ ਰਹੇ। ਜੋ ਧਰਨੇ 'ਤੇ ਸੰਗਤਾਂ ਬੈਠੀਆਂ ਸੀ ਉਹਨਾਂ ਦੇ ਲਈ ਸੁਬਾਹ ਸ਼ਾਮ ਪਿੰਡ 'ਚੋਂ ਪ੍ਰਸ਼ਾਦਾ ਇਕੱਠਾ ਕਰਨਾ ਤੇ ਲੈ ਕੇ ਜਾਣਾ, ਉਹਨਾਂ ਨੂੰ ਵਰਤਾਉਂਦੇ ਰਹੀ। ਤੇ ਇਹ ਲਗਾਤਾਰ 3 ਦਿਨ ਤੋਂ ਜਾ ਰਹੇ ਸੀ। ਜੋ 14 ਅਕਤੂਬਰ ਨੂੰ ਵੀ ਇਸੇ ਤਰ੍ਹਾਂ ਇਹ ਧਰਨੇ ਦੇ ਸੰਬੰਧ ਵਿੱਚ ਹੀ ਜੋ ਲੰਗਰ ਇਕੱਠਾ ਕਰ ਰਹੇ ਸੀ ਤੇ ਸੰਗਤਾਂ ਵਾਸਤੇ ਲੈ ਕੇ ਗਏ। ਜਦੋਂ ਇਹਨਾਂ ਨੂੰ ਗੋਲੀ ਲੱਗੀ ਉਸ ਟਾਈਮ ਵੀ ਉੱਥੇ ਲੰਗਰ ਹੀ ਸਰਵ ਕਰ ਰਹੇ ਸੀ। ਸ਼ਾਂਤਮਈ ਧਰਨਾ ਚੱਲ ਰਿਹਾ ਸੀ, ਸੰਗਤਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ। ਤੇ ਉਸ ਟਾਈਮ ਜੋ ਸੰਗਤਾਂ ਦੀ ਗਿਣਤੀ ਤਕਰੀਬਨ 100-150 ਸੀ ਤੇ ਜੋ ਪੁਲਿਸ ਮੁਲਾਜ਼ਮ ਸੀ ਉਹ ਇਹਨਾਂ ਤੋਂ ਦੁੱਗਣੀ ਤਿੱਗਣੀ ਤਾਦਾਦ ਦੇ ਵਿੱਚ ਸੀਗੇ। ਤੇ ਇਹਨਾਂ ਨੇ ਪਹਿਲਾਂ ਪ੍ਰਸ਼ਾਦਾ ਛਕਾ ਰਹੇ ਸੀ, ਪੁਲਿਸ ਪ੍ਰਸ਼ਾਸਨ ਨੇ ਵੀ ਪ੍ਰਸ਼ਾਦਾ ਛਕਿਆ। ਉਸ ਤੋਂ ਬਾਅਦ ਜੋ ਉਹਨਾਂ ਦੇ ਵੱਡੇ ਆਫਿਸਰ ਚਰਨਜੀਤ ਸ਼ਰਮਾ ਆਪਣੇ ਮੋਗਾ ਤੋਂ ਇਨਵੋਲਵ ਨੇ, ਉਹਨਾਂ ਨੇ ਆ ਕੇ ਕੋਈ ਇਹਨਾਂ ਨੂੰ ਇਸ਼ਾਰਾ ਕੀਤਾ ਪ੍ਰਸ਼ਾਸਨ ਨੂੰ, ਤੇ ਇਹਨਾਂ ਨੇ ਕੋਈ ਵਾਰਨਿੰਗ ਨਹੀਂ ਦਿੱਤੀ, ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਤੋ ਹਵਾਈ ਫਾਇਰਿੰਗ ਵੀ ਬਹੁਤ ਕੀਤੀ, ਜੋ ਬੈਠੇ ਸੀ ਉਹਨਾਂ ਦੇ ਲਾਠੀ ਚਾਰਜ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਮੇਰੇ ਫਾਦਰ ਸਾਹਿਬ ਦੇ
ਲੱਗੀ। ਭਾਈ ਸਾਹਿਬ ਦੇ ਜਦੋਂ ਗੋਲੀ ਲੱਗੀ ਤੇ ਉਹ ਬੈਠਿਆਂ ਗੋਲੀ ਲੱਗੀ ਕਿ ਜਾਂ ਉੱਥੇ ਪ੍ਰਸ਼ਾਦਾ ਜਿਹੜਾ ਉਹ ਵਰਤਾ ਰਹੇ ਸੀਗੇ? ਜੀ ਇਹਨਾਂ ਦੇ ਜਦੋਂ ਗੋਲੀ ਲੱਗੀ ਇਹ ਸਰਵ ਕਰ ਰਹੇ ਸੀ, ਪ੍ਰਸ਼ਾਦਾ ਵਰਤਾ ਰਹੇ ਸੀ ਉੱਥੇ ਹੀ। ਪ੍ਰਸ਼ਾਦਾ ਵਰਤਾਉਂਦਿਆਂ ਨੂੰ ਗੋਲੀ ਲੱਗੀ ਕਿਉਂਕਿ ਉਸ ਟਾਈਮ ਜਿਹੜੀਆਂ ਉਹ ਸੰਗਤਾਂ ਦਾ ਸਵੇਰ ਦਾ ਟਾਈਮ ਸੀ, ਤਕਰੀਬਨ 7:30 ਦਾ ਟਾਈਮ ਸੀਗਾ ਜੀ। ਤੇ ਮੋਸਟਲੀ ਸਵੇਰ ਦਾ ਆਪਾਂ ਕਹਿੰਦੇ ਪ੍ਰਸ਼ਾਦਾ ਜਿਵੇਂ ਛਕਾ ਰਹੇ ਸੀ, ਸੰਗਤਾਂ ਰਾਤ ਦੀਆਂ ਬੈਠੀਆਂ ਸੀ ਉੱਥੇ, ਤਾਂ ਉਹਨਾਂ ਨੂੰ ਪ੍ਰਸ਼ਾਦਾ ਛਕਾ ਰਹੇ ਸੀ। ਪ੍ਰਸ਼ਾਦਾ ਛਕਾਉਂਦਿਆਂ ਟਾਈਮ ਵਰਤਾਉਂਦਿਆਂ ਟਾਈਮ ਉਹਨਾਂ ਨੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਤਾਂ ਇਹ ਪ੍ਰਸ਼ਾਦਾ ਵਰਤਾਉਂਦੇ ਹੋਏ ਉਸ ਟਾਈਮ ਅੱਗੇ ਸੀਗੇ ਜਦੋਂ ਇਹਨਾਂ ਦੇ ਗੋਲੀ ਲੱਗੀ ਇਹਨਾਂ ਦੀ। ਭਾਈ ਸਾਹਿਬ ਨੂੰ ਜਦੋਂ ਗੋਲੀ ਲੱਗੀ ਤਾਂ ਮੌਕੇ ਦੇ ਉੱਤੇ ਹੀ ਉਹਨਾਂ ਦੀ ਸ਼ਹਾਦਤ ਜਿਹੜੀ ਹੋ ਗਈ ਜਾਂ ਫਿਰ ਕਿਤੇ ਉਹਨਾਂ ਨੂੰ ਲਿਜਾਇਆ ਵੀ ਗਿਆ? ਨਹੀਂ, ਇਹਨਾਂ ਦੇ ਜਦੋਂ ਫਾਦਰ ਸਾਹਿਬ ਦੇ ਗੋਲੀ ਲੱਗੀ ਮੇਰੇ ਪਿਤਾ ਜੀ ਦੇ ਹੀ, ਉਹਨਾਂ ਨੇ ਤਕਰੀਬਨ ਉਸ ਤੋਂ ਅੱਧਾ ਤੋਂ ਪੌਣਾ ਘੰਟੇ ਦੇ ਬਾਅਦ ਸ਼ਹੀਦੀ ਪਾਈ ਆ। ਤਾਂ ਉਸ ਟਾਈਮ ਜਦੋਂ ਉੱਥੇ 3 ਗੋਲੀਆਂ ਲੱਗੀਆਂ ਸੀਗੀਆਂ, ਇੱਕ ਗੁਰਜੀਤ ਸਿੰਘ ਸਰਾਵਾਂ, ਦੂਸਰਾ ਬੇਅੰਤ ਸਿੰਘ ਨੌਜਵਾਨ, ਉਹਦੇ ਪੱਟ 'ਚ ਗੋਲੀ ਲੱਗੀ ਸੀ, ਤੇ ਤੀਸਰੇ ਮੇਰੇ ਫਾਦਰ ਸਾਹਿਬ ਸੀਗੇ। ਪਹਿਲਾਂ ਗੋਲੀ ਗੁਰਜੀਤ ਸਿੰਘ ਦੇ ਲੱਗੀ, ਫਿਰ ਮੇਰੇ ਫਾਦਰ ਸਾਹਿਬ ਦੇ, ਫਿਰ ਤੀਸਰੀ ਉਹ ਬੇਅੰਤ ਸਿੰਘ ਜਿਹੜਾ ਲੜਕਾ ਉਹਦੇ ਲੱਗੀ। ਤੇ ਜਦੋਂ ਇਹਨਾਂ ਦੇ ਗੋਲੀ ਲੱਗੀ ਤਾਂ ਮੇਰੇ ਦਾਦਾ ਜੀ ਵੀ ਉਸ ਟਾਈਮ ਉੱਥੇ ਸਨ ਧਰਨੇ 'ਚ, ਤੇ ਮੇਰਾ ਛੋਟਾ ਭਰਾ ਵੀ। ਉਹਨਾਂ ਨੂੰ ਮੇਰੇ ਪਿਤਾ ਜੀ ਦੇ ਜਿਹੜੇ ਕਹਿਣ ਦੇ ਵਰਡ ਸੀ ਵੀ ਤੁਸੀਂ ਮੈਨੂੰ ਛੱਡੋ, ਉਹਨਾਂ ਨੂੰ ਦੇਖੋ, ਮੈਂ ਸਹੀ ਹਾਂ, ਤੇ ਆਪਣਾ ਮੋਰਚਾ ਜਿਹੜਾ ਆਪਾਂ ਡਟੇ ਰਹਿਣਾ, ਮਤਲਬ ਆਪਣਾ ਧਰਨਾ ਜਾਰੀ ਰੱਖੋ, ਭੱਜੋ ਨਾ, ਆਪਾਂ ਸ਼ਾਂਤਮਈ ਹਾਂ, ਆਪਣੇ ਕੋਲੇ ਕੋਈ ਇਹੋ ਜਿਹੀ ਗੱਲ ਨਹੀਂ ਹੈ ਜਿਹੜੀ ਆਪਾਂ ਇਹਨਾਂ ਨਾਲ ਮੱਥਾ ਲਾਈਏ ਜਾਂ ਵਿਰੋਧਤਾ ਕਰੀਏ, ਮੈਂ ਸਹੀ ਹਾਂ। ਤਾਂ ਮੇਰੇ ਦਾਦਾ ਜੀ ਉਹਨਾਂ ਨੂੰ ਪਾਣੀ ਪਿਆਉਂਦੇ ਆ, ਉਹਨਾਂ ਨੇ ਪਾਣੀ ਮੰਗਿਆ ਉਹਨਾਂ ਤੋਂ ਵੀ ਪਾਣੀ ਚਾਹੀਦਾ ਨਾ, ਪਾਣੀ ਪਿਆ, ਦੇਖਿਆ ਉਹਨਾਂ ਦੀ ਗੋਲੀ ਜਿਹੜੀ ਸੀਗੀ ਇੱਥੋਂ ਢਿੱਡ 'ਚੋਂ ਲੱਗ ਕੇ ਬੈਕ ਸਾਈਡ ਲੰਘੀ ਹੋਈ ਸੀ ਸਾਰੀ, ਪਿੱਛੇ ਤੋਂ ਜਿਹੜੀ ਢੂਈ ਕਹਿ ਦਿੰਦੇ ਆਪਾਂ, ਉਹ ਸਾਰੀ ਖਿਲਰੀ ਹੋਈ ਸੀ। ਤਾਂ ਇਸ ਤਰ੍ਹਾਂ ਹੋਇਆ। ਇਹ ਤਕਰੀਬਨ ਅੱਧਾ ਤੋਂ ਪੌਣਾ ਘੰਟਾ ਇਹਨਾਂ ਨੂੰ ਜਦੋਂ ਲੈ ਕੇ ਜਾਂਦੇ ਸੀਗੇ, ਉਸੇ ਜਿਹੜੇ ਟਰਾਲੀ 'ਚ ਲੰਗਰ ਲੈ ਕੇ ਉਸੇ ਟਰਾਲੀ 'ਚ ਇਹਨਾਂ ਨੂੰ ਲੈ ਕੇ ਆਏ ਆ। ਤਾਂ ਜੈਤੋ ਪਹੁੰਚਣ ਤੋਂ ਸਾਡੇ ਇੱਥੋਂ ਜੈਤੋ ਸ਼ਹਿਰ ਨਾਲ ਆ ਤਕਰੀਬਨ 10-12 ਕਿਲੋਮੀਟਰ ਦੀ ਜੋ ਦੂਰੀ 'ਤੇ ਆ, ਉੱਥੋਂ ਤੱਕ ਉਹ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਨੇ ਫਤਿਹ ਗਜਾਤੀ ਸੀ, ਫਤਿਹ ਗਜਾ ਕੇ ਸ਼ਹੀਦੀ ਪਾ ਗਏ ਸੀ। ਬਿਲਕੁਲ। ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਜਦ ਗੋਲੀ ਵੀ ਲੱਗ ਗਈ ਪਰ ਫਿਰ ਵੀ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਰਕੇ ਮੋਰਚਾ ਲੱਗਾ ਆ, ਜੋ ਇਨਸਾਫ ਅਸੀਂ ਲੈਣਾ ਆ, ਉਸ ਵਾਸਤੇ ਤੁਸੀਂ ਲੜਦੇ ਰਹੋ। ਅਤੇ ਆਪਣੀ ਪਰਵਾਹ ਕੀਤੇ ਬਿਨਾਂ ਜਿਹੜੇ ਦੂਸਰੇ ਸਿੰਘ ਜਿਨ੍ਹਾਂ ਨੂੰ ਗੋਲੀ ਲੱਗੀ, ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਤੁਸੀਂ ਦੇਖੋ। ਬਾਅਦ ਦੇ ਵਿੱਚ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਕੋਈ ਕੇਸ ਦਰਜ ਦੀ ਗੱਲ ਕਰੀਏ ਤਾਂ ਕੁਝ ਇਸ ਤਰ੍ਹਾਂ ਦਾ ਹੋਇਆ ਕਿ ਕੇਸ ਵੀ ਦਰਜ ਹੋਇਆ ਜਿਨ੍ਹਾਂ ਲੋਕਾਂ ਨੇ ਗੋਲੀ ਚਲਾਈ, ਜਾਂ ਕੀ ਕੁਝ ਹੋਇਆ ਬਾਅਦ 'ਚ? ਨਹੀਂ ਜੀ, ਦੇਖੋ ਇੱਥੇ ਮੈਂ ਇੱਕ ਗੱਲ ਕਹਿਣੀ ਬਣਦੀ ਆ ਕਿ ਜਿਹੜਾ ਵੀ ਉੱਥੇ ਉਸ ਟਾਈਮ ਗੱਲ ਹੋਈ, 1 ਮਹੀਨੇ ਦੇ ਵਿੱਚ ਮੇਰੇ ਕੋਲ ਸਾਰੀਆਂ ਜਥੇਬੰਦੀਆਂ, ਸਾਰੀਆਂ ਪੋਲੀਟੀਕਲ ਪਾਰਟੀਆਂ ਇਨਵੋਲਵ ਹੋਈਆਂ, ਤੇ ਸਾਰਿਆਂ ਨੇ ਇੰਨਾ ਕੁ ਦਿਲਾਸਾ ਦਿੱਤਾ ਕਿ ਜਿਵੇਂ ਮੈਨੂੰ ਇਹ ਲੱਗ ਰਿਹਾ ਸੀ ਵੀ ਸਾਰੀ ਕੌਮ, ਸਾਰਾ ਪੰਜਾਬ ਮੇਰੇ ਨਾਲ ਹੈ। ਕਿਉਂਕਿ ਪੋਲੀਟੀਕਲੀ ਪਾਰਟੀਆਂ ਦਾ ਵੀ ਸਟੈਂਡ ਤੁਹਾਨੂੰ ਪਤਾ ਹੀ, ਅੱਜ ਕੱਲ੍ਹ ਪੋਲੀਟੀਕਲੀ ਪਾਰਟੀਆਂ ਦਾ ਸਟੈਂਡ ਚੱਲਦਾ। ਉਹਨਾਂ ਨੇ ਵੀ ਕਿਹਾ ਵੀ ਆਪਾਂ ਕਰਾਂਗੇ, ਇੱਦਾਂ ਕੇਸ ਕਰਾਂਗੇ, ਇੰਨੇ ਟਾਈਮ 'ਚ ਕਟਹਿਰੇ 'ਚ ਖੜੇ ਹੋਣਗੇ ਜਿਨ੍ਹਾਂ ਨੇ ਗੋਲੀ ਚਲਾਈ ਆ। ਪਿੱਛੇ ਜੇ ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਕਾਨਫਰੰਸ ਰੱਖੀ ਸੀ, ਉਹਦੇ ਵਿੱਚ ਅਸੀਂ ਵੀਡੀਓ ਵੀ ਦਿੱਤੀ ਹੋਈ ਆ, ਜੋ ਆਪਣੇ ਨਵੇਂ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਜੱਜ ਸਰਕਾਰ ਨੇ ਬਿਠਾਇਆ ਹੋਇਆ, ਉਹਦੇ ਸਬੰਧ 'ਚ ਰਹੀ ਗੱਲ ਜੋ ਕੇਸ ਦੀ ਆ। ਉਹ ਕੇਸ ਕਿਸੇ ਵੀ ਜਥੇਬੰਦੀ ਨੇ ਮੈਨੂੰ ਅੱਜ ਤੱਕ ਕਿਹਾ ਨਹੀਂ ਵੀ ਆਪਾਂ ਲੜਨਾ ਜਾਂ ਆਪਾਂ ਕੇਸ ਕਰੀਏ। ਮੈਂ ਆਪਣੇ ਤੌਰ 'ਤੇ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਹੋਇਆ ਜੀ, ਪਰਿਵਾਰਕ ਤੌਰ 'ਤੇ ਕੋਈ ਕਿਸੇ ਨਾਲ ਸੰਬੰਧਿਤ ਮੇਰਾ ਕੇਸ ਨਹੀਂ। ਤੁਸੀਂ ਕੇਸ ਕੀਤਾ ਹੋਇਆ ਆ, ਉਹ ਕਿਸ ਤਰ੍ਹਾਂ ਚੱਲ ਰਿਹਾ ਕੇਸ, ਕਿੱਥੋਂ ਤੱਕ ਪਹੁੰਚਿਆ, ਕੀ ਗੱਲਬਾਤ ਚੱਲ ਰਹੀ ਉਹਦੇ ਵਿੱਚ? ਉਹਦੇ ਵਿੱਚ ਜੋ ਮੈਂ ਕੇਸ ਕੀਤਾ ਹੋਇਆ ਹਾਈ ਕੋਰਟ ਦੇ ਵਿੱਚ, ਜਿੰਨੇ ਆਫੀਸਰ ਸੀਗੇ ਇਨਵੋਲਵ ਮੇਰੇ, ਜੋ ਮੈਂ ਕੇਸ ਅਟੈਂਡ, ਜਿਸ ਆਧਾਰ 'ਤੇ ਕੇਸ ਕੀਤਾ, 200 ਪਲੱਸ ਬੰਦਿਆਂ ਦੀਆਂ ਗਵਾਹੀਆਂ, ਵਿਟਨੈਸ ਆ ਜਿਹੜੇ, ਉਹਨਾਂ ਦੇ ਕਹਿਣ 'ਤੇ, ਉਹਨਾਂ ਦੇ ਆਧਾਰ 'ਤੇ, ਉਹਨਾਂ ਦੀ ਗਵਾਹੀ 'ਤੇ ਕੇਸ ਕੀਤਾ। ਕਿਉਂਕਿ ਜਿਹੜੇ ਬੰਦੇ ਪੁਲਿਸ ਮੁਲਾਜ਼ਮ ਇਨਵੋਲਵ ਸੀਗੇ ਉਹਨਾਂ ਦੇ ਨਾਮ ਬਾਏ ਨੇਮ ਮੈਂ ਕੇਸ ਕੀਤਾ ਹੋਇਆ। ਅਟੈਂਪਟ ਟੂ ਮਰਡਰ ਦਾ ਕੇਸ ਕੀਤਾ ਹੋਇਆ, ਕਿਉਂਕਿ ਜੋ ਇਹਨਾਂ ਨੇ ਮਤਲਬ ਜਿੱਦਾਂ ਵੀ ਇਹਨਾਂ ਨੇ ਗੋਲੀ ਚਲਾਈ ਆ, ਦੁੱਗਣਾ ਤਿੱਗਣਾ ਪੁਲਿਸ ਮੁਲਾਜ਼ਮ ਹੋਣ 'ਤੇ ਵੀ ਗੋਲੀ ਬਣਦੀ ਨਹੀਂ ਸੀ। 100-150 ਬੰਦਾ ਧਰਨੇ ਦਾ, 200-400-500 ਬੰਦਾ ਪੁਲਿਸ ਦਾ ਆਪਾਂ ਵੈਸੇ ਵੀ ਹੈਂਡਲ ਕਰ ਸਕਦੇ ਹਾਂ। ਇਹਨਾਂ ਨੇ ਗੋਲੀ ਚਲਾਈ, ਅਟੈਂਪਟ ਟੂ ਮਰਡਰ ਦਾ ਕੇਸ ਲਾਇਆ ਹੋਇਆ। ਉਹਦੇ ਵਿੱਚ ਉਹਨਾਂ ਨੇ ਜੱਜ ਸਾਹਿਬ ਨੇ ਸਮਨ ਕੀਤੇ ਹੋਏ ਆ। ਤਾਂ ਜੋ ਹੁਣ ਸਰਕਾਰ ਨੇ ਉਸ ਤੋਂ ਬਾਅਦ ਜਸਟਿਸ ਬਿਠਾ ਦਿੱਤਾ, ਜਸਟਿਸ ਰਣਜੀਤ ਸਿੰਘ ਜੀ। ਸੋ ਮੇਰਾ ਕੇਸ ਥੋੜ੍ਹਾ ਜਿਹਾ ਉਹ ਕਹਿੰਦੇ ਵੀ ਵੇਟ ਕਰ ਲੈਂਦੇ ਹਾਂ, ਰਿਪੋਰਟ ਤੋਂ ਬਾਅਦ ਥੋੜ੍ਹਾ ਅੱਗੇ ਤੇਜ਼ ਕਰਾਂਗੇ। ਸੋ ਇਸ ਤਰ੍ਹਾਂ ਗੱਲਬਾਤ ਜਿਹੜੀ ਕੇਸ 'ਚ ਚੱਲ ਰਹੀ ਆ। ਹੁਣ ਜਸਟਿਸ ਰਣਜੀਤ ਸਿੰਘ ਪਹਿਲਾਂ ਪੈਰਵਾਈ ਆਪਣੀ ਰਿਪੋਰਟ ਦੇਣਗੇ, ਫਿਰ ਉਸ ਤੋਂ ਬਾਅਦ ਕੇਸ ਦਾ ਫੈਸਲਾ ਹੋਵੇਗਾ ਜੀ। ਬਿਲਕੁਲ। ਗੱਲਬਾਤ ਕੀਤੀ ਸਾਡੇ ਨਾਲ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਸਪੁੱਤਰ ਨੇ, ਅਤੇ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਭਾਈ ਸਾਹਿਬ ਦੀ ਸ਼ਹਾਦਤ ਹੋਈ, ਅਤੇ ਜਿਹੜਾ ਕੇਸ ਆ ਉਹ ਹੁਣ ਪਰਿਵਾਰ ਦੇ ਵੱਲੋਂ ਹੀ ਲੜਿਆ ਜਾ ਰਿਹਾ ਵਾ, ਹੋਰ ਕਿਸੇ ਜਥੇਬੰਦੀ ਵੱਲੋਂ ਜਾਂ ਕਿਸੇ ਪਾਸਿਓਂ ਵੀ ਕੋਈ ਸਪੋਰਟ ਜਿਹੜੀ ਆ ਉਹ ਨਹੀਂ ਹੈ। ਕੇਸ ਆਪਣੇ ਤੌਰ 'ਤੇ ਹੀ ਲੜ ਰਿਹਾ। ਸੋ ਅੱਗੇ ਚੱਲ ਕੇ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਦੂਸਰੇ ਮੈਂਬਰਾਂ ਨਾਲ।
ਸੋ ਮੇਰੇ ਨਾਲ ਇਸ ਵੇਲੇ ਗੱਲਬਾਤ ਕਰਨ ਵਾਸਤੇ ਨੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਪਿਤਾ ਜੀ, ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਦਾ ਨਾਮ ਹੈ ਸਰਦਾਰ ਮਹਿੰਦਰ ਸਿੰਘ। ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸਾਹਿਬ ਨੂੰ ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਭਾਈ ਸਾਹਿਬ ਜੀ, ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਭਾਈ ਸਾਹਿਬ ਦੀ ਸ਼ਹਾਦਤ ਹੋਈ, ਧਰਨਾ ਲਗਾਇਆ ਜਾ ਰਿਹਾ ਸੀ, ਸ਼ਾਂਤੀਪੂਰਨ ਤਰੀਕੇ ਨਾਲ ਗੋਲੀਆਂ ਚਲਾਈਆਂ ਗਈਆਂ, ਕੀ ਕਹੋਗੇ? ਉਹ ਜੀ ਸ਼ਾਂਤਮਈ ਧਰਨਾ ਲਾਇਆ ਸੀਗਾ ਗੁਰੂ ਗੋਬਿੰਦ ਸਿੰਘ ਦੀ ਮਹਾਰਾਜ ਦੀ ਬੇਅਦਬੀ ਹੋਈ ਕਰਕੇ, ਤੇ ਉਸ ਦੇ ਧਰਨਾ ਲਾਇਆ ਗਿਆ ਉਹਦੇ ਰੋਸ 'ਚ। ਤੇ ਸਤਨਾਮ ਦਾ ਜਾਪ ਕਰਦੇ ਸੀਗੇ, ਤੇ ਪਹਿਲਾਂ ਪੁਲਿਸ ਨੇ ਬੰਦੇ ਜਿਹੜੇ ਧਰਨੇ ਵਾਲੇ ਬੈਠੇ ਸੀਗੇ ਉਹ ਚੱਕ ਕੇ ਥਾਣੇ 'ਚ ਮਾਰੇ। ਉਦੋਂ ਬਾਅਦ ਫਿਰ ਹੋਕਾ ਆਇਆ ਵੀ ਬੰਦੇ ਆਪਣੇ ਚੱਕੇ ਗਏ। ਫਿਰ ਅਸੀਂ ਜਾ ਕੇ ਧਰਨਾ ਫੇਰ ਲਾਇਆ, ਤੇ ਵੱਡੀ ਸੜਕ 'ਤੇ ਸਾਨੂੰ ਬਹਿਣ ਨਾ ਦਿੱਤਾ। ਅਸੀਂ ਲਿੰਕ ਰੋਡ 'ਤੇ ਬਹਿ ਗਏ, ਕੋਈ 15-20 ਕਰਮਾਂ ਪਿੱਛੇ ਡੀਟੀ ਰੋਡ ਤੋਂ, ਤੇ ਉੱਥੇ ਜਾਪ ਕਰੀ ਜਾਂਦੇ ਸੀਗੇ। ਇੱਕ ਮੇਰਾ ਲੜਕਾ ਇਹ ਲੰਗਰ ਬਤਾ ਰਿਹਾ ਸੀ, ਲੰਗਰ ਇਕੱਠਾ ਕਰਕੇ ਗਿਆ ਸੀ ਪਿੰਡ 'ਚੋਂ। ਇੱਕ ਦਿਨ ਪਹਿਲਾਂ ਵੀ ਲੰਗਰ ਇਕੱਠਾ ਕਰਕੇ ਗਿਆ ਸੀਗਾ, ਉੱਦਾਂ ਹੀ ਲੰਗਰ ਇਕੱਠਾ ਕਰਕੇ ਗਿਆ ਸੀਗਾ। ਇਹ ਲੰਗਰ ਵਰਤਾਈ ਜਾਂਦੇ ਸੀ। ਤੇ ਪਹਿਲਾਂ ਪੁਲਿਸ ਨੇ ਡਾਂਗਾਂ ਚਲਾਤੀਆਂ, ਡਾਂਗਾਂ ਤੋਂ ਬਾਅਦ ਫਿਰ ਇਹਨਾਂ ਨੇ ਗੋਲੀ ਸ਼ੁਰੂ ਕਰਤੀ। ਇਹ ਜਿਹੜਾ ਧਰਨਾ ਲੱਗਾ ਸੀਗਾ, ਇਹ ਉਸ ਦਿਨ ਹੀ ਲੱਗਾ ਉੱਥੇ ਕਿ ਜਾਂ ਪਹਿਲੋਂ ਵੀ ਧਰਨਾ ਲੱਗਦਾ ਰਿਹਾ ਸੀ ਹੋਰ ਕਿਸੇ ਜਗ੍ਹਾ ਤੇ? ਨਹੀਂ ਜੀ, ਉੱਦਾਂ ਬਗਰਾੜੀ ਵੀ ਉੱਦਾਂ ਹੀ ਲੱਗਿਆ, ਕੋਟਕਪੂਰੇ ਵੀ ਉੱਦਾਂ ਹੀ ਲੱਗਿਆ। ਉੱਦਾਂ ਹੀ ਅਸੀਂ ਵੈਬ ਲਾਇਆ ਸੀ ਜੀ 13 ਤਰੀਕ ਨੂੰ, ਤੇ 14 ਨੂੰ ਇਹਨਾਂ ਨੇ ਗੋਲੀ ਚਲਾਤੀ। ਤੇ ਫਿਰ ਜਦ ਗੋਲੀ ਚੱਲੀ ਤੇ ਫਿਰ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ, ਭਗਦੜ ਮੱਚੀ ਜਾਂ ਕੀ ਹੋਇਆ? ਉਹ ਜੀ ਜਦੋਂ ਇਹਨਾਂ ਨੇ ਲਾਠੀ ਚਾਰਜ ਕਰਤਾ, ਉਦੋਂ ਹਗੜਾ ਦਗੜੀ ਮੱਚ ਗਈ, ਤੇ ਇਹਨੇ ਗੋਲੀਆਂ ਸ਼ੁਰੂ ਕਰਤੀਆਂ। ਲੋਕੀ ਝੋਨੇ ਡਿੱਗ ਪਏ, ਕੋਈ ਕਿਤੇ ਡਿੱਗ ਪਿਆ। ਤੇ ਮੈਂ ਵੀ 10 ਕਰਮਾ ਸੀਗਾ ਕ੍ਰਿਸ਼ਨ ਤੋਂ ਪਿੱਛੇ, ਤੇ ਉਹ ਦੂਜੀ ਸਾਈਡ 'ਤੇ ਸੀਗੇ, ਮੈਂ ਮੇਰੇ ਜੁੱਤੀ ਹੈ ਜੀ, ਮੈਂ ਥੱਲੇ ਵਾਲੀ ਸਾਈਡ 'ਤੇ ਹੋ ਗਿਆ। ਇਹਨਾਂ ਨੇ ਜਦੋਂ ਗੋਲੀ ਚਲਾਈ ਤੇ ਮੈਂ ਪਿੱਛੇ ਨੂੰ ਭੱਜ ਪਿਆ। ਮੈਂ 5 ਕਰਮਾਂ ਤੋਂ ਬਾਅਦ ਪਿੱਛੇ 10 ਆ ਗਿਆ ਹੋਊਗਾ, ਤੇ ਮੈਂ ਭੱਜਿਆ ਉਹਨਾਂ ਨੇ ਵੇਖਿਆ, ਮੈਂ ਕ੍ਰਿਸ਼ਨ ਨੂੰ ਵੇਖੀ ਵੀ ਕਿੱਧਰ ਝੋਨੇ 'ਚ ਡਿੱਗਿਆ। ਜਦੋਂ ਮੈਂ ਵੇਖਿਆ ਤੇ ਉੱਥੇ ਡਿੱਗੇ ਪਏ ਸੜਕ 'ਤੇ। ਜਦੋਂ ਮੈਂ ਉੱਥੋਂ ਮੁੜ ਕੇ ਫਿਰ ਮੈਂ ਗਿਆ ਤੇ ਪੁਲਿਸ ਵਾਲਾ ਬਜ਼ੁਰਗਾ ਭੱਜਾ ਤੇ ਗੋਲੀ ਆਉਂਦੀ ਆ। ਮੈਂ ਕਿਹਾ ਜੀ ਜੇ ਮੇਰੇ ਪੁੱਤਰੇ ਮਾਰੀ ਗੋਲੀ ਤੇ ਆ ਜਾਂਦੇ ਮੇਰੀ ਵੀ ਮਾਰ ਦਿਓ। ਤੇ ਉਹ ਚੁੱਪ ਕਰ ਗਿਆ। ਮੈਂ ਫਿਰ ਕ੍ਰਿਸ਼ਨ ਨੂੰ ਉਠਾਉਣ ਲੱਗਿਆ, ਯਾਰ ਬਾਪੂ ਮੈਂ ਉੱਠਿਆ ਨਹੀਂ ਜਾਂਦਾ। ਮੈਨੂੰ ਪਾਣੀ ਪੀ ਰਿਹਾ, ਉਹਨੂੰ ਪਾਣੀ ਦਾ ਗਲਾਸ ਪਿਆ, ਇੱਕ ਗਲਾਸ ਭਰ ਕੇ ਫਿਰ ਮੈਂ ਜਿਹੜਾ ਮੁੰਡਾ ਸਾਡੇ ਜ਼ਖਮੀ ਹੋਇਆ ਹੋਰ ਉਹਨੂੰ ਪਾਣੀ ਪਿਆਉਣ ਲੱਗਿਆ। ਉਹ 10 ਕਰਮਾਂ ਉਹਨੂੰ ਕ੍ਰਿਸ਼ਨ ਤੋਂ ਪਿੱਛੇ ਸੀ ਪਿਆ, ਤੇ ਉਹਨੂੰ ਜਦੋਂ ਪਾਣੀ ਪਿਆਉਣ ਲੱਗਿਆ ਉਹਦੇ ਪਾਣੀ ਨਹੀਂ ਲੰਘਿਆ, ਇੱਕੋ ਘੁੱਟ ਲੰਘੀ। ਫਿਰ ਮੈਂ ਉਹੀ ਗਲਾਸ ਲੈ ਕੇ ਹਰਜੀਤ ਕਨੀ ਗਿਆ, ਗੁਰਜੀਤ ਕਨੀ ਸਰਾਵਾਂ ਦਾ ਨਹੀਂ। ਜਦੋਂ ਮੈਂ ਗਾਂਹ ਗਿਆ ਥੋੜ੍ਹੀ ਵਾਟ, ਤੇ ਇੱਕ ਕਰਮ ਮੈਂ ਪਿੱਛੇ ਸੀ ਉਹ ਤੋਂ, ਤੇ ਜਦੋਂ ਮੈਂ ਵੇਖੀ ਖਰੋਪੜੀ ਉਹਦੀ ਚੱਕੀ ਪਈ ਤੇ ਮਰਿਆ ਪਿਆ ਸੀ। ਉੱਥੋਂ ਜਦੋਂ ਮੈਂ ਮੁੜਿਆ ਤੇ ਕ੍ਰਿਸ਼ਨ ਦੇ ਲਹੂ ਲਵਾਉਣ ਹੋਇਆ ਪਿਆ ਸੀਗਾ, ਉੱਥੋਂ ਮੇਰਾ ਗਲਾਸ ਡਿੱਗ ਪਿਆ। ਫਿਰ ਮੈਂ ਆ ਕੇ ਕ੍ਰਿਸ਼ਨ ਨੂੰ ਟੇਢਾ ਕੀਤਾ, ਵੇਖਿਆ ਟੂਈ ਉਹਦੀ ਸਾਰੀ ਪੱਟੀ ਸੀ, ਮਗਲੇ ਪਾਸੋਂ ਪੱਟੀ ਗਈ। ਗੋਲੀ ਨੇ ਲੱਗੀ ਤੋਂ ਨਹੀਂ ਸੀ ਮੂਹਰੇ, ਤੇ ਗੋਲੀ ਪਿੱਛੇ ਫੱਟ ਜਾਰੇ ਖੋਲਤਾ। ਉਹਦੀ ਪੱਗ ਡਿੱਗੀ ਸੀਗੀ, ਤੇ ਉਹ ਮੈਂ ਟੋਪੀ ਬਣੀ ਬਣਾਈ ਪੱਗ ਦੀ ਉਹਦੀ ਜ਼ਖਮ 'ਤੇ ਰੱਖ ਕੇ ਮੈਂ ਆਪਦੀ ਪੱਗ ਲਾਈ, ਦੂਰੀ ਕੀਤੀ। ਦੂਰੀ ਕਰਕੇ ਮੈਂ 2 ਵਾਰ ਉਹਦੇ ਢਿੱਡ ਦੇ ਹੇਠ ਵਗਾ ਕੇ, ਤੇ ਫਿਰ ਮੈਂ ਉਹਨੂੰ ਬੰਨਿਆ ਕੁੱਟ ਕੇ ਵੀ ਮੇਰਾ ਨਾ ਨਿਕਲੇ। ਫਿਰ ਜਦੋਂ ਮੈਂ 2 ਵਾਰਾਂ ਗੋਲੀਆਂ ਹੋ ਗਏ ਚੱਕਿਆ, ਤੇ ਉਹ ਨਿੱਗਰ ਸੀ। ਮੈਂ ਇੱਕ ਮੇਰੇ ਸਾਨ ਮਾਰੇ ਗਏ, ਮੈਂ ਚੱਕਿਆ ਨਾ ਗਿਆ। ਫਿਰ ਮੈਂ ਦੂਜਾ ਮੁੰਡੇ ਨੂੰ ਆਵਾਜ਼ਾਂ ਮਾਰੀਆਂ, ਮੈਂ ਕਿਹਾ ਤੁਸੀਂ ਆਓ। ਉਹ ਗੋਲੀਆਂ ਡਰਦੇ ਹੋਣ ਨਾ, ਫਿਰ ਮੈਨੂੰ ਗਾਲਾਂ ਕੱਢੀਆਂ, ਮੈਂ ਤੁਸੀਂ ਆਓ, ਸਾਡੇ ਪਿੰਡ ਦੇ ਸੀ ਪੋਤਰੇ ਨਾਲ ਦੇ ਸੀ। ਮੈਂ ਕਿਹਾ ਜਦੋਂ ਆਓ, ਜਦੋਂ ਆਪਣਾ ਬੰਦਾ ਹੀ ਮਰ ਗਿਆ ਤੇ ਮੈਂ ਵੀ ਮਰਿਆ ਹੀ ਹਾਂ, ਤੇ ਆਓ ਚੱਕੀ। ਉਹ ਫਿਰ ਗਏ, ਫਿਰ ਉਹ ਚੱਕਿਆ, ਫਿਰ ਟਰਾਲੀ 'ਚ ਪਾਇਆ ਜੀ। ਟਰਾਲੀ ਵਿੱਚ ਪਾ ਕੇ ਅਸੀਂ ਸਣੇ ਗੁਰਜੀਤ, ਸਣੇ ਉਹ ਮੁੰਡਾ ਜਿਹੜਾ ਹੋਰ ਜ਼ਖਮੀ ਹੋਇਆ, ਤੇ ਅਸੀਂ ਬਹਿਵਲ ਲਏ। ਜਦੋਂ ਬਹਿਵਲ ਘਰਾਂ 'ਚ ਆਏ ਤੇ ਉੱਥੋਂ ਫਿਰ ਅਸੀਂ ਗੱਡੀ ਲਈ। ਗੱਡੀ ਕੋਈ ਦੇਵੇ ਨਾ, ਬਾਹਰ ਲੋਕਾਂ ਦੇ ਸ਼ਟਰ ਸਾਰੇ ਬੰਦ ਸੀਗੇ ਕਿਉਂ ਗੋਲੀ ਜੋ ਚੱਲਦੀ ਸੀਗੀ। ਉਦੋਂ ਬਾਅਦ ਫਿਰ ਇੱਕ ਬੁੜੀ ਆਈ, ਬਾਈ ਕੀ ਹੋ ਗਿਆ? ਮੈਂ ਕਿਹਾ ਜੀ ਮੇਰੇ ਮੁੰਡੇ ਗੋਲੀ ਲੱਗ ਗਈ। ਮੇਰੇ ਜੁੰਡੇ ਜਿਹੜੇ ਖੁੱਲ੍ਹੇ ਸੀ। ਫਿਰ ਉਹ ਉਹਨਾਂ ਛੋਟਾ ਪਰਨਾ ਦਿੱਤਾ ਮੈਨੂੰ ਬੁੜੀ ਨੇ, ਔਰ ਬਾਬਾ ਜੀ ਕੇ ਆਪਣੇ ਘਰੇ ਗੱਡੀ ਖੜੀ ਆ ਕਾਰ ਸੇਵਾ ਦੀ, ਜੇ ਕੋਈ ਚਲਾਉਣ ਜਾਂਦਾ ਕੱਢ ਲਓ। ਉਹ ਮੁੰਡੇ ਅਸੀਂ ਜਾਣਦੇ। ਉੱਥੋਂ ਫਿਰ ਉਹ ਗੱਡੀ ਕੱਢ ਲਈ। ਗੱਡੀ ਕੱਢ ਕੇ ਉੱਥੇ ਕ੍ਰਿਸ਼ਨ ਨੂੰ ਪਾਲਿਆ, ਇੱਕ ਮੁੰਡੇ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਪਾਲਿਆ, ਤੇ ਗੁਰਜੀਤ ਨੂੰ ਟਰਾਲੀ 'ਤੇ ਰਹਿਣ ਤਾ ਵੀ ਇਹਨੂੰ ਐਂ ਸਿਰਾਂ ਵੀ ਛੱਡਿਆਵਾਂਗੇ। ਅਸੀਂ ਉੱਥੋਂ ਲੈ ਕੇ ਤੇ ਜੈਤੋ ਨੂੰ ਤੁਰ ਪਏ। ਮੈਨੂੰ ਮੁੰਡਿਆਂ ਨੇ ਬਹਿਣ ਦਿੱਤਾ। ਮੁੰਡੇ ਬਾਰੇ ਬਾਪੂ ਤੂੰ ਨਾ ਬੈਠ,
ਤੇ ਅਸੀਂ ਹੈਗੇ ਆ। ਉਹਨਾਂ ਨੇ ਜੀਪ ਪਾ ਕੇ ਤੇ ਟਿਕਟ ਵੀ ਉੱਥੋਂ ਲਾਏ ਬਹਿਲੋਂ। ਮੈਂ ਮੋਟਰਸਾਈਕਲ ਕਿਸੇ ਮੁੰਡੇ ਨੂੰ ਆਖਿਆ ਮੈਂ ਚੱਲੀਏ ਆਪਾਂ, ਉਹਦੇ ਮੋਟਰਸਾਈਕਲ ਅਸੀਂ ਜੈਤੋਂ ਨੂੰ ਗਏ ਤੇ ਜੈਤੋਂ ਰਾਹ ਜਾਂਦੇ ਰਹੀ ਉਹਦੀ ਮੌਤ ਹੋ ਗਈ। ਜਦੋਂ ਅਸੀਂ ਹਸਪਤਾਲ 'ਚ ਲਾਇਆ ਉਹਨੂੰ ਜਾ ਕੇ ਤੇ ਉਹ ਖਤਮ ਸੀ। ਜਦੋਂ ਪੁਲਿਸ ਨੇ ਗੋਲੀ ਚਲਾਈ ਤੇ ਪੁਲਿਸ ਦੇ ਉੱਤੇ ਵੀ ਫਿਰ ਸਿੰਘਾਂ ਨੇ ਕੋਈ ਅਟੈਕ ਕੀਤਾ ਜਾਂ ਪੁਲਿਸ ਨੂੰ ਵੀ ਭਜਾਇਆ ਉੱਥੋਂ ਫਿਰ? ਨਹੀਂ ਜੀ, ਉਦੋਂ ਬਾਅਦ ਭਜਾਇਆ ਹੋਊਗਾ, ਉਦੋਂ ਪਹਿਲਾਂ ਨਹੀਂ। ਉਦੋਂ ਪਹਿਲਾਂ ਤਾਂ ਉਹਨਾਂ ਨੇ ਹਮਲਾ ਕੀਤਾ। ਜਦੋਂ ਅਸੀਂ ਉੱਠ ਗਏ ਨਾ ਚੱਕ ਕੇ ਕ੍ਰਿਸ਼ਨ ਨੂੰ, ਉਦੋਂ ਬਾਅਦ ਭਾਵੇਂ ਉਹਨਾਂ ਨੇ ਪੁਲਿਸ ਨੂੰ ਭਜਾਇਆ ਹੋਵੇ ਉਹ ਨਹੀਂ ਆਪਾਂ ਕਹਿ ਸਕਦੇ। ਉਦੋਂ ਪਹਿਲਾਂ ਨਹੀਂ ਭਜਾਇਆ। ਹਾਂ ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਉੱਥੇ ਗੋਲੀ ਚਲਾਈ ਗਈ, ਇਹ ਸਵੇਰ ਦਾ ਸਮਾਂ ਸੀਗਾ ਜਦ ਚਲਾਈ ਗਈ, ਉਸ ਤੋਂ ਬਾਅਦ ਉੱਥੇ ਕੀ ਮਾਹੌਲ ਬਣਿਆ? ਕੋਈ ਹੋਰ ਵੀ ਜ਼ਖਮੀ ਹੋਇਆ ਜਾਂ ਕਿਸੇ ਦੇ ਹੋਰ ਵੀ ਸ਼ਰੇ ਵੱਜੇ ਜਾਂ ਕੁਝ? ਨਹੀਂ, ਸ਼ਰੇ ਵੱਜੇ ਬਹੁਤ, ਇੰਨਾ ਮੈਨੂੰ ਪਤਾ ਨਹੀਂ ਵੀ ਕਿਹਦੇ ਵੱਜੇ ਕਿਹਦੇ ਨਹੀਂ। ਮੈਂ ਫਿਰ ਉੱਥੇ ਹਾਜ਼ਰ ਨਹੀਂ ਸੀਗਾ। ਮੇਰਾ ਫਿਰ ਬਾਅਦ ਮੁੰਡੇ ਚੱਕ ਕੇ ਤੇ ਮੇਰਾ ਉੱਠਿਆ। ਉਦੋਂ ਬਾਅਦ ਫਿਰ ਜਿਹੜੇ ਛੱਲੇ ਛੋਲੇ ਵੱਜੇ ਉਦੋਂ ਬਾਹਰ ਵੱਜੇ ਆ ਸੱਤ। ਹਾਂਜੀ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਤੁਹਾਡੇ ਤੱਕ ਆਈਆਂ, ਤੁਹਾਡੇ ਤੱਕ ਪਹੁੰਚ ਕੀਤੀ, ਫਿਰ ਉਹਨਾਂ ਨੇ ਕਿਸ ਤਰ੍ਹਾਂ ਕੀ ਕੁਝ ਕਿਹਾ ਤੁਹਾਡੇ ਨਾਲ, ਕਿਸ ਤਰ੍ਹਾਂ ਗੱਲਬਾਤ ਕੀਤੀ? ਉਹ ਜੀ ਜਿੱਦਾਂ ਜਥੇਬੰਦੀਆਂ ਆਈਆਂ ਸੀ ਕ੍ਰਿਸ਼ਨ ਨੂੰ ਲੈ ਕੇ ਆਏ ਇੱਥੇ, ਤੇ ਉਹ ਪਹਿਲਾਂ ਤਾਂ ਜਥੇਬੰਦੀਆਂ ਬੈਠੀਆਂ ਰਹੀਆਂ, ਮੁੜ ਕੇ ਆ ਰਹੀਆਂ ਵੀ ਆਪਾਂ ਉੱਥੇ ਰੱਖਣਾ। ਮੈਂ ਕਿਹਾ ਜੀ ਨਹੀਂ ਰੱਖਣਾ। ਉਹ ਰਿਹਾ ਨਹੀਂ ਹੈ ਕਿ ਆਪਾਂ ਸੜਕ 'ਚ ਰੱਖਣਾ, ਤੇ ਵੀ ਗੋਲੀ ਕਿਉਂ ਚਲਾਈ ਗਈ। ਮੈਂ ਕਿਹਾ ਜੀ ਨਹੀਂ ਰੱਖਣਾ, ਮੇਰਾ ਮੁੰਡਾ ਮੈਨੂੰ ਸਵੀਕਾਰ ਲੈਣ ਦਿਓ। ਤੇ ਮੈਨੂੰ ਤਾਂ ਪਤਾ ਹੀ ਸੀ ਇਹਨਾਂ ਗੱਲਾਂ ਦਾ, ਤੇ ਉਹਨਾਂ ਦਾ ਵੀਰ ਕੇ ਫਿਰ ਮੈਂ ਸਵੀਕਾਰ ਕਰਤਾ। ਤੇ ਹੁਣ ਕੋਈ ਕੇਸ ਜਿਹੜਾ ਆ ਉਹ ਚੱਲ ਰਿਹਾ ਵਾ ਜਾਂ ਕੀ ਕੁਝ ਇਸ ਮਾਮਲੇ ਦੇ ਸਬੰਧ ਦੇ ਵਿੱਚ ਹੁਣ ਤੱਕ ਦੀ ਰਿਪੋਰਟ ਹੈ ਜਿਹੜੀ ਉਹ ਜੀ ਕੇਸ ਚਲਾਇਆ ਤਾਂ ਹੈ ਚੰਡੀਗੜ੍ਹ, ਤੇ ਜੱਜ ਨੇ ਬਿਆਨ ਬੂਨ ਲਏ। ਇੱਥੇ ਵੀ ਆਇਆ ਸੀ, ਬਹਿਲ ਵੀ ਆਏ, ਬਗਰਾੜੀ ਵੀ, ਤੇ ਫਰੀਦਕੋਟ ਰਿਹਾ, ਫਰੀਦਕੋਟ ਵੀ ਉਹਨੇ ਬਿਆਨ ਲਏ। ਤੇ ਮੈਂ ਇੱਥੇ ਬਿਆਨ ਦੇਣ ਗਿਆ ਸੀਗਾ, ਉਹਦੇ ਉਹਦੇ ਕੋਲ ਟਾਈਮ ਨਹੀਂ ਸੀ ਮੈਨੂੰ ਉਹਦਾ ਕਿ ਤੁਸੀਂ ਸਗਰਾਜ ਨੂੰ ਉਹਦਾ ਵੀ ਤੁਸੀਂ ਚੰਡੀਗੜ੍ਹ ਲੈ ਕੇ ਆਇਓ। ਫਿਰ ਉਦੋਂ ਬਾਅਦ ਮੈਂ ਚੰਡੀਗੜ੍ਹ ਗਿਆ ਸੀਗਾ। ਉੱਥੇ ਮੈਂ ਆਹੀ ਦੋ ਗੱਲਾਂ ਦੱਸੀਆਂ ਜਿਹੜੀਆਂ ਮੇਰੇ ਨਾਲ ਵਾਪਰੀਆਂ, ਤੇ ਉਦੋਂ ਬਾਅਦ ਆਪਾਂ ਜਿਹੜੀ ਵਾਪਰੀ ਨੇ ਉਹ ਆਪਾਂ ਕੋਈ ਨਹੀਂ ਦੱਸੀ। ਲੋਕਾਂ ਨੂੰ ਸੁਣਤੀ ਆਪਾਂ ਕੋਈ ਨਹੀਂ ਕਰੀ। ਜਿਹੜੀ ਮੇਰੇ ਅੱਖਾਂ ਦੇ ਸਾਹਮਣੇ ਹੋਈ ਆਪਾਂ ਉਹੀ ਦੱਸੀ ਆ ਉਹਨਾਂ ਨੂੰ। ਤੁਹਾਡੇ ਪਰਿਵਾਰ ਦੇ ਵਿੱਚੋਂ ਜਦੋਂ ਭਾਈ ਸਾਹਿਬ ਨੂੰ ਉੱਥੇ ਗੋਲੀ ਲੱਗੀ, ਕੌਣ ਕੌਣ ਹਾਜ਼ਰ ਸੀਗਾ ਪਰਿਵਾਰ 'ਚ? ਉੱਥੇ ਜੀ ਰੇਸ਼ਮ ਵੀ ਮੇਰਾ ਮੁੰਡਾ ਉਹ ਵੀ ਸੀਗਾ, ਤੇ ਮੇਰਾ ਪੋਤਰਾ ਪਰਮਦੀਪ ਇਹ ਵੀ ਹਾਜ਼ਰ ਸੀ ਉੱਥੇ। ਤੁਹਾਡੇ ਬੇਟੇ ਕਿੰਨੇ ਆ? ਮੇਰੇ ਬੇਟੇ ਦੋ ਆ ਜੀ, ਇੱਕ ਤਾਂ ਇਹ ਸ਼ਹੀਦ ਹੋ ਗਿਆ ਤੇ ਇੱਕ ਛੋਟਾ ਰੇਸ਼ਮ ਸਿੰਘ। ਹਾਂਜੀ। ਪਰਿਵਾਰਕ ਮੈਂਬਰ ਇਹ ਵਾਲੇ ਉੱਥੇ ਮੌਜੂਦ ਸੀਗੇ ਉਸ ਵੇਲੇ? ਜੀ। ਉਸ ਤੋਂ ਬਾਅਦ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸੇ ਸਿੱਖ ਜਥੇਬੰਦੀ ਨੇ ਜਾਂ ਕਿਸੇ ਨੇ ਪਰਿਵਾਰ ਦੀ ਕੋਈ ਮਦਦ ਕੀਤੀ? ਉਹ ਜੀ ਕਰੀ ਜਾਂਦੇ ਮਦਦਾਂ ਵਿਚਾਰੀਆਂ ਜਿੰਨੇ ਜੋਗਰੀਆਂ ਹੈਗੀਆਂ। ਹਾਂ। ਸੋ ਬਿਲਕੁਲ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਣਾ ਦੀ ਸ਼ਹਾਦਤ ਜਿਹੜੀ ਆ ਉਹ ਬਹਿਬਲ ਕਲਾਂ ਦੇ ਵਿੱਚ ਜਿਹੜੀ ਗੋਲੀ ਚੱਲੀ ਉੱਥੇ ਹੋਈ। ਗੋਲੀ ਲੱਗਣ ਤੋਂ ਬਾਅਦ ਉਹਨਾਂ ਨੂੰ ਜਦ ਹਸਪੀਟਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਉਹ ਸ਼ਹਾਦਤ ਦਾ ਜਾਮ ਪੀ ਗਏ। ਅਸੀਂ ਉਹਨਾਂ ਦੇ ਪਿਤਾ ਸਰਦਾਰ ਮਹਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ, ਜਿਹੜੇ ਉਸ ਵੇਲੇ ਮੌਕੇ ਦੇ ਉੱਤੇ ਮੌਜੂਦ ਸਨ। ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਆ ਉਹ ਦੱਸੀ ਕਿ ਕਿਸ ਤਰ੍ਹਾਂ ਦੇ ਨਾਲ ਇਹ ਘਟਨਾਕ੍ਰਮ ਜਿਹੜਾ ਆ ਉਹ ਵਾਪਰਿਆ। ਪਰ ਦੁੱਖ ਦੀ ਗੱਲ ਇਹ ਆ ਕਿ ਅੱਜ ਤੱਕ ਵੀ ਉਹ ਗੋਲੀ ਚਲਾਉਣ ਵਾਲੇ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ। ਅਕਾਲੀ ਸਰਕਾਰ ਵੀ ਪਹਿਲਾਂ ਰਹੀ, ਅਣਪਛਾਤੀ ਪੁਲਿਸ ਕਹਿ ਕੇ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਇਹੀ ਝਲਕਦਾ ਆ ਕਿ ਇਸ ਮਾਮਲੇ ਨੂੰ ਕਿਤੇ ਨਾ ਕਿਤੇ ਸਰਕਾਰ ਦੀ ਪੂਰੀ ਸ਼ਹਿ ਸੀ, ਤਾਂ ਹੀ ਇਹ ਗੋਲੀ ਚੱਲੀ ਤੇ ਸਿੰਘ ਜਿਹੜੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਵੀਰ ਜੀ, ਭਾਈ ਸਾਹਿਬ ਦੀ ਬਰਸੀ ਜਿਹੜੀ ਆ ਉਹ ਆਉਣ ਵਾਲੀ ਆ, ਕਿਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਕੀਤੇ ਜਾਣੇ ਆ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ? ਹਾਂਜੀ, ਜੋ ਸਮਾਗਮ ਆ ਆਪਣਾ ਇਹ 13 ਤਰੀਕ ਤੋਂ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਣਗੇ ਤਾਂ 15 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਵੱਡਾ ਜਿਹੜਾ 15 ਤਰੀਕ ਨੂੰ ਇਕੱਠ ਹੋਊਗਾ ਉਹਦੇ ਸੰਬੰਧ ਸਾਰੀਆਂ ਤਿਆਰੀਆਂ ਚੱਲ ਰਹੀਆਂ, ਫਲੈਕਸ ਵਗੈਰਾ ਵੀ ਲੱਗ ਜਾਣਗੇ। ਤਾਂ ਮੇਰੀ ਸਮੁੱਚੀ ਕੌਮ ਨੂੰ, ਸਿੱਖ ਕੌਮ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਪਹੁੰਚਣ, ਸਮਾਗਮ ਵਿੱਚ ਸ਼ਮੂਲੀਅਤ ਕਰਨ, ਤੇ ਸਾਰੇ ਹੀ ਆਪਣੇ ਪੰਥਕ ਆਗੂ, ਪੰਥਕ ਜਥੇਬੰਦੀਆਂ ਸਾਰਿਆਂ ਨੂੰ ਮੇਰੇ ਵੱਲੋਂ ਸੱਦਾ ਪੱਤਰ ਦਿੱਤਾ ਜਾ ਰਿਹਾ ਵੀ ਜ਼ਰੂਰ ਉੱਥੇ ਸ਼ਮੂਲੀਅਤ ਕਰਨ ਤੇ ਆਪਣੇ ਵਿਚਾਰ ਜੋ ਉਸ ਟਾਈਮ 2015 ਤੋਂ ਲੈ ਕੇ ਗੋਲੀ ਕਾਂਡ ਤੋਂ ਲੈ ਕੇ 2017 ਆ ਗਿਆ, 2 ਸਾਲ ਦਾ ਸਮਾਂ ਬੀਤ ਗਿਆ, ਆਪਾਂ 2 ਸਾਲ ਵਿੱਚ ਕੀ ਪ੍ਰਾਪਤੀ ਕੀਤੀ ਆ ਜਾਂ ਆਪਾਂ ਕਿੱਥੋਂ ਕੁ ਆਪਣਾ ਸੰਘਰਸ਼ ਗਿਆ
ਤੇ ਉਹ ਸਾਰੀਆਂ ਵਿਚਾਰਾਂ ਸਾਰੀਆਂ ਆਪਣੇ ਸਿੱਖ ਕੌਮ ਨਾਲ ਸਾਂਝੀਆਂ ਕਰਨ। ਜਿੰਨੇ ਵੀ ਉਸ ਟਾਈਮ ਤੇ ਆਪਣੇ ਪੰਥਕ ਆਗੂ ਅੱਗੇ ਸੀਗੇ ਆਪਣੇ, ਜਿਨ੍ਹਾਂ ਨੇ ਵੀ ਇਕੱਠ ਕੀਤਾ ਜਾਂ ਜਦੋਂ ਧਰਨਿਆਂ ਦੀ ਵਾਂਗਡੋਰ ਸੰਭਾਲੀ ਸੀ, ਸਾਰਿਆਂ ਨੂੰ ਆਪਾਂ ਨੂੰ ਸੱਦਾ ਪੱਤਰ ਦਿੱਤਾ ਜਾਊਗਾ। ਤੇ ਸੋ ਸਾਰੀ ਸਿੱਖ ਸੰਗਤ ਨੂੰ ਅਪੀਲ ਵੀ ਹੈ, ਬੇਨਤੀ ਵੀ ਹੈ ਕਿ ਜ਼ਰੂਰ ਸ਼ਮੂਲੀਅਤ ਕਰਨ। 15 ਤਰੀਕ ਅਕਤੂਬਰ ਦਿਨ ਐਤਵਾਰ ਹੈ। ਸੋ ਮੇਰੇ ਨਾਲ ਇਸ ਵੇਲੇ ਗੱਲਬਾਤ ਕਰਨ ਵਾਸਤੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਦੀ ਧਰਮ ਪਤਨੀ ਸਰਦਾਰਨੀ ਵੀਰਪਾਲ ਕੌਰ ਨੇ। ਉਹਨਾਂ ਨਾਲ ਫਤਿਹ ਦੀ ਸਾਂਝ ਪਾਵਾਂਗੇ। ਬੀਬੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਬਰਸੀ ਸਮਾਗਮ ਭਾਈ ਸਾਹਿਬ ਦੀ ਯਾਦ ਦੇ ਵਿੱਚ ਕਰਵਾਏ ਜਾ ਰਹੇ ਆ, ਉਹ ਕਿਸ ਦਿਨ ਤੋਂ ਜਿਹੜੇ ਆ ਅਖੰਡ ਪਾਠ ਸਾਹਿਬ ਆਰੰਭ ਹੋਣੇ ਆ ਤੇ ਕਿਸ ਦਿਨ ਜਿਹੜਾ ਪੂਰਾ ਸਮਾਗਮ ਜਿਹੜਾ ਹੋਣਾ? 13 ਤਰੀਕ ਤੋਂ ਅਖੰਡ ਪਾਠ ਆਰੰਭ ਹੋਣੇ ਆ, 15 ਨੂੰ ਭੋਗ ਪਾਏ ਜਾਣਗੇ। ਹਾਂਜੀ। ਸੋ ਇਹਨਾਂ ਨੇ ਦੱਸਿਆ ਕਿ 13 ਤਰੀਕ ਨੂੰ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਆਰੰਭ ਹੋਣਗੇ ਤੇ 15 ਤਰੀਕ ਨੂੰ ਭੋਗ ਪਾਏ ਜਾਣਗੇ ਤੇ ਵੱਡਾ ਇਕੱਠ ਜਿਹੜਾ ਆ ਉਹ ਕੀਤਾ ਜਾਊਗਾ, ਕਿਉਂਕਿ ਹਰ ਸਾਲ ਭਾਈ ਸਾਹਿਬ ਦੀ ਯਾਦ ਦੇ ਵਿੱਚ ਜਿਹੜਾ ਪ੍ਰੋਗਰਾਮ ਆ ਉਹ ਰੱਖਿਆ ਜਾਂਦਾ ਆ। ਸੋ ਵੀਰ ਸੁਖਰਾਜ ਸਿੰਘ ਦੇ ਨਾਲ ਗੱਲਬਾਤ ਕਰਦੇ ਆ। ਵੀਰ ਜੀ, ਕੀ ਕਹਿਣਾ ਚਾਹੋਗੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਸਿੱਖ ਚੈਨਲ ਦੇ ਜ਼ਰੀਏ? ਵੀਰ ਜੀ, ਦੇਸ਼ ਵਿਦੇਸ਼ ਦੀ ਸੰਗਤ ਨੂੰ ਇੱਕ ਬੇਨਤੀ ਕਰ ਰਹੇ ਹਾਂ ਕਿ ਜੋ ਵੀ ਮੈਂ ਇੱਕ ਉਪਰਾਲਾ ਕੀਤਾ ਛੋਟਾ ਜਿਹਾ, ਜਿਹੜਾ ਕੇਸ ਲਾਇਆ ਉਹਨਾਂ ਸਾਰੇ ਆਫਿਸਰਾਂ ਤੇ ਲਾਇਆ ਜਿਹੜੇ ਉਸ ਟਾਈਮ ਇਨਵੋਲਵ ਸੀਗੇ। ਤਾਂ ਦੇਸ਼ ਵਿਦੇਸ਼ ਸੰਗਤ ਨੂੰ ਇੱਕ ਬੇਨਤੀ ਆ ਕਿ ਉਸ ਦੇ ਲਈ ਸਹਿਯੋਗ ਤੇ ਸਾਥ ਦਿੱਤਾ ਜਾਵੇ। ਜੋ ਕਿ ਆਪਾਂ ਇੱਥੇ ਬਹੁਤ ਮੰਦਭਾਗੀ ਘਟਨਾ ਹੋਈ, ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਰੋਲ ਦਿੱਤਾ ਗਿਆ, ਉਹਨਾਂ ਦਾ ਇਨਸਾਫ ਨਹੀਂ ਮਿਲਿਆ, ਸਿੰਘ ਸ਼ਹੀਦ ਕੀਤੇ ਗਏ। ਤਾਂ ਆਪਾਂ ਘਰ ਬੈਠੇ ਹਾਂ, ਇਸ ਟਾਈਮ ਘਰ ਬੈਠਣ ਦਾ ਵੇਲਾ ਨਹੀਂ ਹੈ। ਸੋ ਉਹਨਾਂ ਦਾ ਸਾਥ ਤੇ ਸਹਿਯੋਗ ਚਾਹੀਦਾ। ਸੋ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਏਜੰਸੀ ਜਾਂ ਕੋਈ ਵੀ ਪ੍ਰਸ਼ਾਸਨ ਜਾਂ ਕੋਈ ਵੀ ਅਧਿਕਾਰੀ ਜੋ ਵੀ ਕਾਨੂੰਨੀ ਕਾਰਵਾਈ ਦੀ ਉਲੰਘਣਾ ਕਰੂਗਾ ਤਾਂ ਉਹਨੂੰ ਪਤਾ ਲੱਗ ਸਕੇ ਕਿ ਬਈ ਕੋਈ ਹੈ ਸਖਤ ਕਦਮ ਚੁੱਕਣ ਵਾਲੇ ਵੀ ਸਿੰਘ ਨੇ, ਤਾਂ ਉਹਨਾਂ ਨੂੰ ਦੋਸ਼ੀ ਕਰਾਰ ਆਪਾਂ ਦੇ ਦਿੱਤਾ ਜਾਵੇ। ਸੋ ਬਿਲਕੁਲ ਅਸੀਂ ਗੱਲਬਾਤ ਕੀਤੀ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਤੇ ਉਹਨਾਂ ਨੇ ਜਿਹੜੀ ਸਾਰੀ ਜਾਣਕਾਰੀ ਆ ਉਹ ਦਿੱਤੀ ਕਿ ਕਿਸ ਤਰ੍ਹਾਂ ਭਾਈ ਸਾਹਿਬ ਦੀ ਸ਼ਹਾਦਤ ਜਿਹੜੀ ਆ ਉਹ ਹੋਈ। ਤੇ ਸੋ ਜਿਹੜਾ ਕੇਸ ਚੱਲ ਰਿਹਾ ਉਸ ਸਬੰਧ ਦੇ ਵਿੱਚ ਵੀ ਵੀਰ ਜੀ ਨੇ ਜਾਣਕਾਰੀ ਦਿੱਤੀ। ਸੋ ਸਿੱਖ ਸੰਗਤਾਂ ਨੂੰ ਇਹੀ ਅਪੀਲ ਆ ਕਿ ਵੱਧ ਤੋਂ ਵੱਧ ਜਿਹੜਾ ਸਹਿਯੋਗ ਆ ਉਹ ਕੀਤਾ ਜਾਵੇ ਤਾਂ ਜੋ ਇਨਸਾਫ ਜਿਹੜਾ ਆ ਉਹ ਲਿਆ ਜਾ ਸਕੇ। ਮੇਰੇ ਨਾਲ ਇਸ ਵੇਲੇ ਗੱਲਬਾਤ ਕਰਨ ਵਾਸਤੇ ਨੇ ਵੀਰ ਗੁਰਸੇਵਕ ਸਿੰਘ ਭਾਣਾ, ਜਿਹੜੇ ਕਿ ਸ਼ਹੀਦ ਪਰਿਵਾਰਾਂ ਦੇ ਨਾਲ ਇਹਨਾਂ ਦਾ ਕਾਫੀ ਸੰਬੰਧ ਹੈ, ਉਹਨਾਂ ਦੇ ਨਾਲ ਦੁੱਖ ਸੁੱਖ ਦੇ ਵਿੱਚ ਖੜੇ ਹੁੰਦੇ ਨੇ। ਤੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਫਤਿਹ ਦੀ ਸਾਂਝ ਪਾਵਾਂਗੇ। ਪਹਿਲਾਂ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਜਿਹੜੇ ਸਾਲਾਨਾ ਸਮਾਗਮ ਉਹਨਾਂ ਦੀ ਯਾਦ ਦੇ ਵਿੱਚ ਕਰਵਾਏ ਜਾਂਦੇ ਆ, ਉਹਨਾਂ ਦਾ ਜਿਹੜਾ ਪ੍ਰਬੰਧ ਆ ਉਹ ਕਿਸ ਤਰ੍ਹਾਂ ਚੱਲ ਰਿਹਾ, ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ? ਜੀ, ਅੱਜ ਅਸੀਂ ਸੰਗਤ ਨੂੰ ਦੱਸ ਦਈਏ ਕਿ ਆਉਣ ਵਾਲੇ 15 ਤਰੀਕ ਨੂੰ ਅਕਤੂਬਰ ਨੂੰ ਜਿਹੜਾ ਕਿ ਇੱਥੇ ਬਾਈਬਲ ਗੋਲੀकांड ਜਿਹੜਾ ਹੋਇਆ ਸੀ ਉਹਨਾਂ ਵਿੱਚ ਸ਼ਹੀਦ ਹੋਏ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ, ਉਹਨਾਂ ਦੇ ਸ਼ਹੀਦੀ ਦਿਹਾੜੇ ਲਈ ਬਹੁਤ ਵਧੀਆ ਪਰਿਵਾਰ ਦੇ ਵੱਲੋਂ ਅਤੇ ਸਾਰੀਆਂ ਜਥੇਬੰਦੀਆਂ ਅਤੇ ਬਾਹਰਲੀਆਂ ਸੰਗਤਾਂ ਦੇ ਵੱਲੋਂ ਸੰਯੋਗ ਦੇ ਨਾਲ ਅਸੀਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ ਅਤੇ ਇਸ਼ਤਿਹਾਰ ਅਸੀਂ ਜਿਹੜੇ ਲਾਉਣ ਲਈ ਹੁਣ ਨਿਕਲ ਰਹੇ ਹਾਂ। ਥੋੜ੍ਹੇ ਦਿਨਾਂ ਦੇ ਵਿੱਚ ਫਲੈਕਸ ਵਗੈਰਾ ਬਣ ਕੇ ਤਿਆਰ ਨੇ। ਅਸੀਂ ਅਪੀਲ ਕਰਦੇ ਹਾਂ ਜਿਹੜੀਆਂ ਲੋਕਲ ਜਥੇਬੰਦੀਆਂ ਉਹ ਆਪਣੇ ਤੌਰ 'ਤੇ ਪ੍ਰਚਾਰ ਵੀ ਕਰਨ ਸ਼੍ਰੀ ਸਮਾਗਮ ਬਾਰੇ, ਤਾਂ ਜੋ ਸੰਗਤਾਂ ਵੱਧ ਤੋਂ ਵੱਧ ਇੱਥੇ ਭਰ ਸਕਣ। ਅਤੇ ਅਸੀਂ ਆਪਣੇ ਵੱਲੋਂ ਕੌਮ ਦੇ ਆਗੂ ਸਾਹਿਬਾਨ, ਜਥੇਦਾਰ ਸਾਹਿਬਾਨਾਂ ਨੂੰ, ਪ੍ਰਚਾਰਕਾਂ ਨੂੰ ਅਸੀਂ ਪਹੁੰਚ ਕੇ ਵੀ ਆਪਣਾ ਜਿਹੜਾ ਸੱਦਾ ਪੱਤਰ ਸੀ ਜਿਹੜਾ ਦੇਵਾਂਗੇ, ਕਿਉਂਕਿ ਇਹ ਉਹਨਾਂ ਦਾ ਪਹਿਲਾਂ ਤਾਂ ਫਰਜ਼ ਆਪਦਾ, ਪਰ ਇਹ ਪਰਿਵਾਰ ਦਾ ਵੀ ਫਰਜ਼ ਬਣਦਾ ਕਿ ਉਹਨਾਂ ਤੱਕ ਸੁਨੇਹਾ ਪਹੁੰਚਾਇਆ ਜਾ ਸਕੇ। ਸੋ ਅਸੀਂ ਆਪਣੇ ਲੈਵਲ 'ਤੇ ਉਹਨਾਂ ਦੇ ਤੱਕ ਪਹੁੰਚ ਕੇ ਹੱਥੀਂ ਜਿਹੜਾ ਸੱਦਾ ਪੱਤਰ ਦੇਣ ਦੇ ਲਈ ਮਤਲਬ ਤੁਰਾਂਗੇ। ਇਹ ਜਿਹੜਾ ਸਮਾਗਮ ਬਰਸੀ ਸਮਾਗਮ ਜਿਹੜੇ ਆ ਯਾਦ ਦੇ ਵਿੱਚ ਕਰਵਾਏ ਜਾਂਦੇ, ਸਾਂਝੇ ਤੌਰ 'ਤੇ ਕਰਵਾਏ ਜਾ ਰਹੇ ਆ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾਂ ਹੋਰਾਂ ਦੇ? ਹਾਂਜੀ ਵੀਰ ਜੀ, ਦੋਵਾਂ ਪਰਿਵਾਰਾਂ ਵੱਲੋਂ ਮਿਲ ਜੁਲ ਕੇ ਆਪਸ ਵਿੱਚ ਬੈਠ ਕੇ ਰਾਏ ਕਰਕੇ ਜਿਹੜਾ ਸਮਾਗਮ ਜਿਹੜਾ ਇਸ ਵਾਰੀ ਹੋ ਰਿਹਾ। ਸੋ ਵੀਰ ਗੁਰਸੇਵਕ ਸਿੰਘ ਹੋਰਾਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਜਿਹੜੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੀ ਯਾਦ ਦੇ ਵਿੱਚ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਹੋਰਾਂ ਦੀ ਯਾਦ ਦੇ ਵਿੱਚ ਜਿਹੜੇ ਸਮਾਗਮ ਕਰਵਾਏ ਜਾ ਰਹੇ, ਸਾਂਝੇ ਤੌਰ 'ਤੇ ਕਰਵਾਏ ਜਾ ਰਹੇ। ਸੋ ਇਹਨਾਂ ਵੱਲੋਂ ਵੀ ਸੱਦਾ ਹੈ ਕਿ ਸਾਰੀਆਂ ਸਿੱਖ ਜਥੇਬੰਦੀਆਂ ਤੇ ਹੋਰ ਵੀ ਸੰਗਤ ਜਿਹੜੀ ਆ ਉਹ ਜ਼ਰੂਰ ਇਹਨਾਂ ਸਮਾਗਮਾਂ ਦੇ ਵਿੱਚ
ਪਹੁੰਚੇ। ਸੋ ਅੱਜ ਦੀ ਇਸ ਸਟੋਰੀ ਦੇ ਵਿੱਚ ਅਸੀਂ ਪਹੁੰਚੇ ਪਿੰਡ ਨਿਆਮੀ ਵਾਲਾ, ਜਿੱਥੇ ਕਿ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਰਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਪ੍ਰੋਗਰਾਮ ਸਿੰਘ ਸੂਰਮੇ ਦੇ ਵਿੱਚ। ਸੋ ਅਗਲੇ ਹਫਤੇ ਕਿਸੇ ਹੋਰ ਸੂਰਮੇ ਦੇ ਘਰ ਜਾ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕਰਾਂਗੇ ਗੱਲਬਾਤ। ਤੇ ਅੱਜ ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।